ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 325 ਤੋਂ ਲੈ ਕੇ 327 ਤੱਕ ਸਵਾਇਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਭਗਤ ਕਬੀਰ ਜੀ ਦੀ ਬਾਣੀ ਚੱਲ ਰਹੀ ਹੈ ਜੀ। ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ। ਵਾਹਿਗੁਰੂ ਜੀ। ਗੌੜੀ ਕਬੀਰ ਜੀ। ਉਪਜੈ ਨਿਪਜ ਸਮਾਈ, ਨੈਣੋਂ ਦੇਖਤ ਇਹ ਜਗ ਜਾਈ। ਹਾਂਜੀ ਸੰਗਤ ਜੀ, ਕਬੀਰ ਜੀ ਕਹਿੰਦੇ ਨੇ ਵੀ ਜਗ ਦੇ ਵਿੱਚ ਜੀਵ ਪੈਦਾ ਹੁੰਦਾ ਹੈ, ਵੱਧਦਾ ਫੁੱਲਦਾ ਹੈ, ਫਿਰ ਅੰਤ ਨੂੰ ਖਤਮ ਹੋ ਜਾਂਦਾ ਹੈ। ਕਹਿੰਦੇ ਸਾਡੇ ਦੇਖਦਿਆਂ ਸੰਸਾਰ ਇੱਥੋਂ ਕੂਚ ਕਰ ਰਿਹਾ ਹੈ। ਜਗਤ ਦੇ ਵਿੱਚੋਂ ਜੀਵ ਵਾਪਸ ਜਾ ਰਹੇ ਨੇ। ਲਾਜ ਨ ਮਰੋ ਕਹੋ ਘਰ ਮੇਰਾ, ਅੰਤ ਕੀ ਬਾਰ ਨਹੀਂ ਕਛ ਤੇਰਾ ਰਹਾਓ। ਕਬੀਰ ਜੀ ਕਹਿੰਦੇ ਨੇ ਕਿ ਵੀ ਇਨਸਾਨ ਇਹ ਕਹਿਣ ਲੱਗਿਆ ਕਿ ਵੀ ਇਹ ਘਰ ਮੇਰਾ, ਸ਼ਰਮ ਨਹੀਂ ਮਹਿਸੂਸ ਕਰਦਾ। ਕਹਿੰਦੇ ਵੀ ਅੰਤ ਦੇ ਵਿੱਚ ਤਾਂ ਵੀ ਕੁਛ ਨਹੀਂ ਨਾਲ ਜਾਂਦਾ ਹੈਗਾ। ਫਿਰ ਮਤਲਬ ਇਨਸਾਨ ਫਿਰ ਵੀ ਮੇਰਾ ਲਾਈ ਰੱਖਦਾ ਨਾ। ਅਨੇਕ ਜਤਨ ਕਰ ਕਾਇਆ ਪਾਲੀ, ਮਰਤੀ ਬਾਰ ਅਗਨ ਸੰਗ ਜਾਲੀ। ਕਹਿੰਦੇ ਜੀਵ ਆਪਣੇ ਕਈ ਢੰਗਾਂ ਦੇ ਨਾਲ ਸਰੀਰ ਨੂੰ ਪਾਲਦੇ ਨੇ। ਫਿਰ ਅੰਤ 'ਤੇ ਕੀ ਹੁੰਦਾ ਜਦੋਂ ਮਰ ਜਾਂਦਾ ਜੀਵ? ਕਹਿੰਦੇ ਵੀ ਅੱਗ ਨਾਲ ਉਹੀ ਸਰੀਰ ਸਾੜ ਦਿੱਤਾ ਜਾਂਦਾ। ਉਹੀ ਸਰੀਰ ਹੁੰਦਾ ਨਾ ਜਿਹਦਾ ਮਤਲਬ ਵਿਸਾਹ ਨਹੀਂ ਖਾਂਦਾ। ਚੋਆ ਚੰਦਨ ਮਰਦਨ ਅੰਗਾ, ਸੋ ਤਨ ਜਲੈ ਕਾਠ ਕੈ ਸੰਗਾ। ਕਹਿੰਦੇ ਸਰੀਰ ਨੂੰ ਮਤਲਬ ਬੜੀਆਂ ਮਾਲਸ਼ਾਂ ਕਰਦਾ, ਅਤਰ ਵਗੈਰਾ ਲਾਉਂਦਾ, ਖੁਸ਼ਬੂਆਂ ਲਾਉਂਦਾ ਨਾ। ਫਿਰ ਕਹਿੰਦੇ ਉਹੀ ਮੁੜ ਕੇ ਕਹਿੰਦੇ ਵੀ ਲੱਕੜ ਦੇ ਨਾਲ ਸਾੜ ਦਿੱਤਾ ਜਾਂਦਾ। ਕਹੋ ਕਬੀਰ ਸੁਨੋ ਰੇ ਗੁਨੀਆਂ, ਬਿਨਸੈ ਗੋ ਰੂਪ ਦੇਖੈ ਸਭ ਦੁਨੀਆਂ। ਕਬੀਰ ਜੀ ਕਹਿੰਦੇ ਨੇ ਕਿ ਵੀ ਇਹ ਧਿਆਨ ਨਾਲ ਦੇਖੋ ਵੀ ਜਿਹੜਾ ਇਹ ਇਨਸਾਨ ਆਪਣੇ ਰੂਪ 'ਤੇ ਇੰਨਾ ਮਾਣ ਕਰਦਾ ਹੁੰਦਾ ਵੀ ਉਹ ਇੱਕ ਦਿਨ ਖਤਮ ਹੋ ਜਾਂਦਾ, ਵੀ ਸਾਰੀ ਦੁਨੀਆ ਇਹ ਦੇਖਦੀ ਆ, ਪਰ ਇਨਸਾਨ ਫਿਰ ਨਹੀਂ ਸਮਝਦਾ। ਗੌੜੀ ਕਬੀਰ ਜੀ। ਅਵਰ ਮੂਏ ਕਿਆ ਸੋਗ ਕਰੀਜੈ, ਤੋ ਕੀਜੈ ਜੋ ਆਪ ਨ ਜੀਜੈ। ਕਹਿੰਦੇ ਜਦੋਂ ਦੂਸਰੇ ਕਿਸੇ ਦੀ ਮੌਤ ਹੁੰਦੀ ਆ, ਆਪਾਂ ਲੋਕ ਸੋਗ ਕਰਦੇ ਹਾਂ। ਕਹਿੰਦੇ ਸੋਗ ਤਾਂ ਇਸ ਕਰਕੇ ਕਰੀਏ ਵੀ ਜੇ ਅਸੀਂ ਜਿਉਂਦੇ ਬੈਠੇ ਰਹਿਣਾ ਹੋਣਾ, ਅਸੀਂ ਵੀ ਚਲੇ ਜਾਣਾ ਇੱਕ ਦਿਨ। ਮੈਂ ਨਾ ਮਰੋ ਮਰਿਬੋ ਸੰਸਾਰਾ, ਅਬ ਮੋਹ ਮਿਲਿਓ ਹੈ ਜੀਆਵਨ ਹਾਰਾ ਰਹਾਓ। ਕਬੀਰ ਜੀ ਕਹਿੰਦੇ ਹੁਣ ਮੈਨੂੰ ਉਹ ਮਿਲ ਗਿਆ ਜਿਹੜਾ ਮੈਨੂੰ ਸਦਾ ਹੀ ਜਿਵਾਲ ਕੇ ਰੱਖੇਗਾ। ਕਹਿੰਦੇ ਸੰਸਾਰ ਦੀ ਮੌਤ ਹੋਊਗੀ ਪਰ ਮੇਰੀ ਆਤਮਾ ਦੀ ਮੌਤ ਨਹੀਂ ਹੋਣੀ। ਇਹਨੇ ਸਦਾ ਲਈ ਅਮਰ ਹੋ ਜਾਣਾ, ਕਿਉਂਕਿ ਮੈਂ ਉਹਨੂੰ ਪਾ ਲਿਆ ਜਿੱਥੋਂ ਇਹ ਆਈ ਆ। ਰਹਾਓ। ਯਾ ਦੇਹੀ ਪਰਮਲ ਮਹਿਕੰਦਾ, ਤਾਂ ਸੁਖ ਵਿਸਰੈ ਪਰਮਾਨੰਦਾ। ਕਹਿੰਦੇ ਇਸ ਸਰੀਰ ਨੂੰ ਕਹਿੰਦੇ ਵੀ ਇਹਦਾ ਪਾਲਣ ਪੋਸ਼ਣ ਕਰਨ ਦੇ ਲਈ, ਇਹਨੂੰ ਸੁਗੰਧੀਆਂ ਲਾਉਣ ਦੇ ਲਈ, ਹੈ ਨਾ, ਵੀ ਇਸ ਸੁੱਖਾਂ ਦੇ ਵਿੱਚ ਜੀਵ ਉਸ ਪਰਮਾ ਆਨੰਦ ਪਰਮਾਤਮਾ ਜੋ ਪਰਮ ਆਨੰਦ ਦਾ ਸੋਮਾ ਉਹਨੂੰ ਵਿਸਾਰੀ ਰੱਖਦਾ। ਕੋਟਾ ਏਕ ਪੰਚ ਪਨਹਾਰੀ, ਟੂਟੀ ਲਾਜ ਭਰੈ ਮਤ ਹਾਰੀ। ਕਹਿੰਦੇ ਵੀ ਸਾਡਾ ਜਿਹੜਾ ਸਰੀਰ ਆ ਇਹ ਇੱਕ ਤਰ੍ਹਾਂ ਦਾ ਜਿਵੇਂ ਖੂਹ ਹੈਗਾ। ਇਹਨੂੰ 5 ਚਰਖੜੀਆਂ ਲੱਗੀਆਂ ਨੇ ਪਾਣੀ ਭਰਨ ਵਾਲੀਆਂ, ਉਹ ਇੱਕ ਸਾਡੇ ਗਿਆਨ ਇੰਦਰੇ। ਕਹਿੰਦੇ ਵੀ ਮਤਲਬ ਜਿਹੜੀ ਹੈਗੀ ਆ ਵਾਸ਼ਨਾ ਦੀ ਲੱਜ, ਹੈ ਨਾ, ਵੀ ਉਹ ਹੈਗੀ ਆ ਭਰਨ ਦੇ ਲਈ। ਅਤੇ ਜਿਹੜੀਆਂ ਹੈਗੀਆਂ ਨੇ ਗਿਆਨ ਇੰਦਰੀਆਂ, ਵੀ ਉਹਨਾਂ ਦੇ ਹਿਸਾਬ ਨਾਲ, ਵਾਸ਼ਨਾ ਦੇ ਹਿਸਾਬ ਨਾਲ ਚੱਲ ਕੇ ਫਿਰ ਕਹਿੰਦੇ ਵੀ ਮਤਲਬ ਉਹਨੂੰ ਉਹ ਵਿਕਾਰਾਂ ਨੂੰ ਉਹਦੇ ਵੱਲ ਲਾਈ ਰੱਖਦੀਆਂ ਨੇ। ਜਿਹੜੇ ਗਿਆਨ ਇੰਦਰੇ ਨੇ ਉਹ ਹਮੇਸ਼ਾ ਜਿੱਦਾਂ ਵਿਕਾਰਾਂ ਵਿੱਚ ਪਏ ਰਹਿੰਦੇ ਨੇ। ਕਹਿੰਦੇ ਜਿਹੜੀ ਉਹਨਾਂ ਦੀ ਮੱਤ ਹੈਗੀ ਸੋਚਣ ਵਾਲੀ ਨਾ, ਉਹ ਉੱਥੇ ਖਤਮ ਹੋਈ ਹੁੰਦੀ ਆ। ਬਸ ਸਿਰਫ ਉਹ ਵਾਸ਼ਨਾ ਦੇ ਵਿੱਚ ਪਿੱਛੇ ਪੈ ਕੇ ਗਿਆਨ ਇੰਦਰੇ ਉਹ ਪਾਣੀ ਭਰਦੇ ਨੇ ਵਿਕਾਰਾਂ ਦਾ।
ਕਹੋ ਕਬੀਰ ਇੱਕ ਬੁੱਧ ਵਿਚਾਰੀ, ਨਾ ਉਹ ਕੂਟਾ ਨਾ ਪਨਿਹਾਰੀ। ਫਿਰ ਕਹਿੰਦੇ ਵੀ ਹੁਣ ਕਬੀਰ ਜੀ ਨੇ ਜਦੋਂ ਪਰਮਾਤਮਾ ਦਾ ਨਾਮ ਸਿਮਰਨ ਕੀਤਾ, ਜਿਹੜੀ ਹੁਣ ਪਰਮਾਤਮਾ ਦੀ ਵਿਚਾਰ ਕੀਤੀ ਆ, ਹੁਣ ਕਬੀਰ ਦੀ ਜਿਹੜੀ ਮੱਤ ਹੈਗੀ ਆ ਉਹ ਪਹਿਲਾਂ ਵਾਲੀ ਨਹੀਂ ਰਹੀ ਹੈਗੀ। ਹੁਣ ਉਹ ਹੁਣ ਮਤਲਬ ਸਨਾਤਨ ਹੋ ਗਈ ਆ, ਉਹ ਮੁੜ ਕੇ ਜਿੱਦਾਂ ਉਲਟ ਗਈ ਪਰਮਾਤਮਾ ਵੱਲ ਨੂੰ। ਹੁਣ ਕਹਿੰਦੇ ਨਾ ਤਾਂ ਉਹ ਸਰੀਰ ਦਾ ਮੋਹ ਰਿਹਾ ਤੇ ਨਾ ਹੀ ਉਹ ਗਿਆਨ ਇੰਦਰੇ ਰਹੇ ਨੇ ਜਿਹੜੇ ਵਿਕਾਰਾਂ ਵੱਲ ਭੱਜਦੇ ਸੀਗੇ। ਗੌੜੀ ਕਬੀਰ ਜੀ ਅਸਥਾਵਰ ਜੰਗਮ ਕੀਟ ਪਤੰਗਾ, ਅਨੇਕ ਜਨਮ ਕੀਏ ਬਹੁ ਰੰਗਾ। ਕਹਿੰਦੇ ਜਿਸ ਤਰ੍ਹਾਂ ਅਸਥਾਵਰ ਕਹਿੰਦੇ ਨੇ ਜਿਹੜੀ ਚੀਜ਼ ਹਿੱਲਦੀ ਨਹੀਂ ਇੱਕ ਜਗ੍ਹਾ 'ਤੇ, ਜਿਵੇਂ ਰੁੱਖ ਹੋਏ, ਪਰਬਤ ਹੋਏ ਨਾ, ਉਹ ਕਹਿੰਦੇ ਵੀ ਪਿੱਛੇ ਬਹੁਤ ਜਨਮਾਂ 'ਚ ਕਹਿੰਦੇ ਘੁੰਮਦੇ ਆਏ ਆ, ਕਦੇ ਰੁੱਖ ਬਣੇ ਆ, ਪਰਬਤ ਬਣੇ ਆ, ਕਈ ਤਰ੍ਹਾਂ ਦੇ ਕੀੜੇ ਮਕੌੜੇ ਬਣੇ ਆ, ਬਹੁਤ ਤਰ੍ਹਾਂ ਦੇ ਜਨਮਾਂ 'ਚ ਕਹਿੰਦੇ ਘੁੰਮਦੇ ਹੋਏ ਆਏ ਆ। ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਏ ਆਏ। ਕਹਿੰਦੇ ਇਸ ਤਰ੍ਹਾਂ ਅਸੀਂ ਬਹੁਤ ਅਲੱਗ-ਅਲੱਗ ਜੂਨਾਂ ਦੇ ਵਿੱਚੋਂ, ਅਲੱਗ-ਅਲੱਗ ਸਰੀਰਾਂ ਦੇ ਵਿੱਚੋਂ, ਗਰਭ ਦੇ ਵਿੱਚੋਂ ਮਾਂ ਦੇ 'ਚ ਹੁੰਦੇ ਆਏ ਆ, ਵੀ ਬਹੁਤ ਤਰ੍ਹਾਂ ਦੇ ਜਨਮ ਅਸੀਂ ਭੋਗਦੇ ਆਏ ਆ ਪਿੱਛੇ। ਰਹਾਓ ਜੋਗੀ ਜਤੀ ਤਪੀ ਬ੍ਰਹਮਚਾਰੀ, ਕਬਹੂ ਰਾਜਾ ਛਤਰਪਤ ਕਬਹੂ ਪੇਖਾਰੀ। ਕਦੇ ਕਹਿੰਦੇ ਜੋਗੀ ਬਣੇ, ਕਦੇ ਜਤੀ ਬਣੇ, ਕਦੇ ਤਪ ਕਰਨ ਵਾਲਾ ਬਣੇ, ਕਦੇ ਬ੍ਰਹਮਚਾਰੀ ਬਣੇ, ਕਦੇ ਰਾਜਾ, ਕਦੇ ਭਿਖਾਰੀ, ਕਦੇ ਛਤਰਪਤ। ਕਹਿੰਦੇ ਵੀ ਇਹ ਅਲੱਗ-ਅਲੱਗ ਜੂਨੀਆਂ ਭੋਗੀਆਂ ਨੇ ਪਹਿਲਾਂ। ਸਾਕਤ ਮਰੈ ਸੰਤ ਸਭ ਜੀਵੈ, ਰਾਮ ਰਸਾਇਣ ਰਸਨਾ ਪੀਵੈ। ਕਹਿੰਦੇ ਜਿਹੜੇ ਸਾਕਤ ਲੋਕ ਨੇ ਪਰਮਾਤਮਾ ਤੋਂ ਬੇਮੁਖ ਹੋਏ ਨੇ, ਕਹਿੰਦੇ ਉਹ ਜਨਮ ਮਰਨ ਦੇ ਚੱਕਰ ਵਿੱਚ ਪੈ ਰਹਿੰਦੇ ਨੇ, ਪਰ ਜਿਹੜੇ ਸੰਤ ਨੇ ਉਹ ਚਿਰੰਜੀਵ ਹੋ ਜਾਂਦੇ ਨੇ, ਕਿਉਂਕਿ ਉਹ ਪਰਮਾਤਮਾ ਦੇ ਵਿੱਚ ਉਹਨਾਂ ਦਾ ਮਿਲਾਪ ਹੋ ਜਾਂਦਾ। ਕਿਵੇਂ? ਕਿਉਂਕਿ ਉਹ ਹਮੇਸ਼ਾ ਆਪਣੀ ਰਸਨਾ ਦੇ ਨਾਲ ਪਰਮਾਤਮਾ ਦਾ ਨਾਮ ਰਸ ਪੀਂਦੇ ਨੇ, ਫਿਰ ਪਰਮਾਤਮਾ ਵਿੱਚ ਹੀ ਸਮਾ ਜਾਂਦੇ ਨੇ। ਕਹੋ ਕਬੀਰ ਪ੍ਰਭ ਕਿਰਪਾ ਕੀਜੈ, ਹਾਰ ਪਰੈ ਅਬ ਪੂਰਾ ਦੀਜੈ। ਕਬੀਰ ਜੀ ਕਹਿੰਦੇ ਵੀ ਹੁਣ ਮੈਂ ਪਰਮਾਤਮਾ ਅੱਗੇ ਬੇਨਤੀ ਕਰਦਾ, ਹੇ ਪਰਮਾਤਮਾ ਜੀ ਕਿਰਪਾ ਕਰੋ। ਕਹਿੰਦੇ ਹੁਣ ਇਸ ਜਨਮ ਦੇ ਵਿੱਚ ਮੈਨੂੰ ਕਬੀਰ ਨੂੰ ਪੂਰਨ ਪਦ ਦੇ ਦਿਓ, ਪਰਮ ਪਦ ਦੀ ਪ੍ਰਾਪਤੀ ਦੇ ਦਿਓ। ਇਸ ਵਾਰ ਮੈਂ ਤੁਹਾਡੇ ਵਿੱਚ ਲੀਨ ਹੋ ਜਾਵਾਂ। ਵਾਹਿਗੁਰੂ ਜੀ, ਵਾਹਿਗੁਰੂ ਜੀ। ਗੌੜੀ ਕਬੀਰ ਜੀ ਕੀ ਨਾਲ ਰਲਾਏ, ਲਿਖਿਆ ਮਹੱਲਾ ਪੰਜਵਾਂ। ਐਸੋ ਅਚਰਜ ਦੇਖਿਓ ਕਬੀਰ, ਦਦ ਕੈ ਪੋਲੇ ਬਿਰੋਲੇ ਨੀਰ। ਰਹਾਓ। ਫਿਰ ਇਹ ਪੰਚਮ ਪਾਤਸ਼ਾਹ ਜੀ ਦਾ ਹੈ ਸਲੋਕ। ਉਹ ਕਹਿੰਦੇ ਕਿ ਵੀ ਹੇ ਕਬੀਰ, ਇਸ ਤਰ੍ਹਾਂ ਦਾ ਅਚਰਜ ਹੈ ਜਗਤ ਦੇ ਵਿੱਚ ਕਿ ਜੀਵ ਦੁੱਧ ਨੂੰ ਛੱਡ ਕੇ ਪਾਣੀ ਨੂੰ ਕਹਿੰਦੇ ਰਿੜਕ ਰਹੇ ਨੇ। ਫਿਰ ਪਾਣੀ ਨੂੰ ਰਿੜਕਿਆਂ ਕੀ ਮਿਲਣਾ? ਕੁਛ ਵੀ ਨਹੀਂ। ਹਰੀ ਅੰਗੂਰੀ ਗਦਹਾ ਚਰੈ, ਨਿਤ ਉਠ ਹਾਸੈ ਹੀ ਗੈ ਮਰੈ। ਕਹਿੰਦੇ ਜਿਵੇਂ ਗਧਾ ਹੁੰਦਾ ਵੀ ਸਵੇਰੇ ਉੱਠ ਕੇ ਉਹਨੇ ਕੀ ਕਰਨਾ? ਸਿਰਫ ਹਰੀ ਅੰਗੂਰੀ ਖਾਂਦਾ, ਫਿਰ ਉਹ ਕਹਿੰਦੇ ਹੱਸਦਾ ਖੇਡਦਾ, ਹਿੰਗਦਾ, ਵੀ ਬਸ ਆਹੀ ਉਹਦੀ ਜ਼ਿੰਦਗੀ ਹੁੰਦੀ ਆ। ਇਸ ਤਰ੍ਹਾਂ ਹੀ ਉਹ ਜੀਵ ਨੇ ਜਿਹੜੇ ਪਰਮਾਤਮਾ ਦਾ ਨਾਂ ਨਹੀਂ ਲੈਂਦੇ, ਸਿਰਫ ਪਦਾਰਥਾਂ ਦੇ ਵਿੱਚ ਹੀ ਆਪਣਾ ਜੀਵਨ ਖਤਮ ਕਰਦੇ ਆ। ਮਾਤਾ ਭੈਸਾ ਅਮੁਹਾ ਜਾਏ, ਕੁਦ ਕੁਦ ਚਰੈ ਰਸਾਤਲ ਪਾਏ। ਇਸ ਤਰ੍ਹਾਂ ਜਿਸ ਤਰ੍ਹਾਂ ਹੁੰਦਾ ਕਹਿੰਦੇ ਕੋਈ ਮਸਤ ਹੋਇਆ ਪੈਸਾ ਹੁੰਦਾ, ਕਹਿੰਦੇ ਉਹ ਵੀ ਮਤਲਬ ਜਿਵੇਂ ਗਲਤ ਕੰਮ ਕਰਦਾ, ਫਿਰ ਆਪਣੇ ਆਪ ਨੂੰ ਦੁੱਖ ਪਹੁੰਚਾਉਂਦਾ। ਇਵੇਂ ਹੀ ਉਹ ਜੀਵ ਜਿਹੜੇ ਪਰਮਾਤਮਾ ਦਾ ਨਾਂ ਨਹੀਂ ਲੈਂਦੇ ਹੈਗੇ, ਹੰਕਾਰ 'ਚ ਰਹਿੰਦੇ ਨੇ, ਫਿਰ ਕਹਿੰਦੇ ਨਰਕ 'ਚ ਪੈਂਦੇ ਨੇ। ਨਰਕ ਹੈਗਾ ਵੀ ਦੁੱਖ, ਦੁੱਖ ਝੇਲਦੇ ਨੇ। ਫਿਰ ਕਹਿੰਦੇ ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੂੰਗੈ ਨਿਤ ਪੇੜ। ਫਿਰ ਕਬੀਰ ਜੀ ਕਹਿੰਦੇ ਵੀ ਹੁਣ ਇੱਕ ਜਿਹੜੀ ਹੈਗੀ ਆ
ਖੇਡ ਮਤਲਬ ਇੱਕ ਭੇਦ ਦੀ ਗੱਲ ਹੁਣ ਸਮਝ ਲੱਗ ਗਈ ਆ। ਉਹ ਕੀ ਹੈ, ਉਹ ਕਹਿੰਦੇ ਵੀ ਇਸ ਤਰ੍ਹਾਂ ਲੱਗ ਰਿਹਾ ਵੀ ਉਲਟ ਹੋ ਰਿਹਾ ਵੀ ਭੇਡ ਦਾ ਬੱਚਾ ਹੁੰਦਾ ਲੇਲਾ, ਪਰ ਇੱਥੇ ਕਹਿ ਰਹੇ ਨੇ ਵੀ ਲੇਲੇ ਕੋ ਚੁਗੈ ਨਿਤ ਭੇਡ, ਵੀ ਲੇਲੇ ਨੂੰ ਭੇਡ ਜਿਵੇਂ ਰੋਜ਼ ਚੁੰਗਦੀ ਹੈਗੀ ਦੁੱਧ ਉਹਦਾ। ਉਹ ਇਸ ਤਰ੍ਹਾਂ ਕਹਿੰਦੇ ਇੱਥੇ ਜਿਹੜਾ ਹੈਗਾ ਲੇਲਾ ਕਿਹਾ ਗਿਆ ਜਿਹੜੇ ਸੰਸਾਰਿਕ ਪਦਾਰਥ ਨੇ ਭੋਗਣ ਵਾਲੇ, ਭੇਡ ਹੈ ਜਿਸ ਤਰ੍ਹਾਂ ਮਾਇਆ। ਮਾਇਆ ਤੋਂ ਕਹਿੰਦੇ ਜੀਵ ਦਾ ਜਨਮ ਹੋਇਆ। ਹੁਣ ਜੀਵ ਹੀ ਮਾਇਆ ਦੇ ਪਿੱਛੇ ਪਿਆ ਹੋਇਆ, ਜਿਵੇਂ ਜੀਵ ਹੀ ਮਾਇਆ ਜੀਵ ਇੱਥੇ ਮਤਲਬ ਕਿਹਾ ਗਿਆ ਹੈਗਾ ਲੇਲਾ, ਅਤੇ ਭੇਡ ਮਾਇਆ ਕਹੀ ਗਈ ਆ। ਵੀ ਜਿਹੜਾ ਜੀਵ ਹੀ ਆ ਉਹੀ ਪਦਾਰਥਕ ਭੋਗਾਂ ਦੇ ਪਿੱਛੇ ਲੱਗਿਆ ਹੋਇਆ। ਪਹਿਲਾਂ ਮਾਇਆ ਤੋਂ ਜੀਵ ਦਾ ਜਨਮ ਹੋਇਆ, ਫਿਰ ਹੁਣ ਜੀਵ ਮਾਇਕ ਪਦਾਰਥਾਂ ਦੇ ਪਿੱਛੇ ਭੱਜਿਆ ਹੋਇਆ। ਰਾਮ ਰਮਤ ਮਤ ਪ੍ਰਗਟਿਆਈ, ਕਹੋ ਕਬੀਰ ਗੁਰ ਸੋਝੀ ਪਾਈ। ਫਿਰ ਕਬੀਰ ਜੀ ਕਹਿੰਦੇ ਨੇ ਹੁਣ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਕੇ ਗੁਰੂ ਨੇ ਮੈਨੂੰ ਸੋਝੀ ਬਖਸ਼ੀ ਆ। ਅਤੇ ਹੁਣ ਕਹਿੰਦੇ ਪਰਮਾਤਮਾ ਦਾ ਨਾਮ ਜਦੋਂ ਜਪਦੇ ਹਾਂ ਫਿਰ ਜਿਹੜੀ ਮੇਰੀ ਮੱਤ ਆ ਉਹ ਹੁਣ ਸੋਝੀ ਵਾਲੀ ਹੋ ਗਈ ਆ। ਹੁਣ ਮੈਨੂੰ ਸਮਝ ਲੱਗ ਰਹੀ ਆ ਕਿ ਸੰਸਾਰ ਦੀ ਅਸਲੀਅਤ ਕੀ ਆ। ਗੌੜੀ ਕਬੀਰ ਜੀ ਪੰਚਪਦੇ, ਜਿਉਂ ਜਲ ਛੋੜ ਬਾਹਰ ਪਿਓ ਮੀਨਾ, ਪੂਰਬ ਜਨਮ ਹੋ ਤਪ ਕਾਹੀਨਾ। ਅਬ ਕਹੋ ਰਾਮ ਕਵਨ ਗਤ ਮੋਰੀ, ਤਜੀਲੇ ਬਨਾਰਸ ਮਤ ਪਈ ਥੋਰੀ। ਰਹਾਓ। ਇੱਥੇ ਸੰਗਤ ਜੀ ਕਬੀਰ ਜੀ ਆਪਣਾ ਕਾਂਸੀ ਕਾਸ਼ੀ ਨੂੰ ਛੱਡ ਕੇ ਮਗਹਰ ਜਾਣ ਬਾਰੇ ਸੁਣਿਆ ਨਾ, ਕਿ ਆਪਣੇ ਪਿਛਲੇ ਜਨਮ ਦੇ ਵਿੱਚ ਕਬੀਰ ਜੀ ਕਾਸ਼ੀ ਨੂੰ ਛੱਡ ਕੇ ਮਗਹਰ ਚਲੇ ਗਏ ਸੀ, ਕਿਉਂਕਿ ਕਾਸ਼ੀ ਵਿੱਚ ਬਹੁਤੇ ਬ੍ਰਾਹਮਣ ਰਹਿੰਦੇ ਸੀ ਨਾ। ਕਬੀਰ ਜੀ ਨੂੰ ਮਤਲਬ ਉਹਨਾਂ ਸਾਰੀ ਉਮਰ ਬੜਾ ਤੰਗ ਕੀਤਾ। ਫਿਰ ਉਹਨਾਂ ਨੇ ਸੋਚਿਆ ਕਿ ਵੀ ਹੁਣ ਇਸ ਸ਼ਹਿਰ ਛੱਡ ਕੇ ਮਗਹਰ ਚਲੇ ਜਾਂਦੇ ਹਾਂ, ਜਿਹੜੀ ਮਤਲਬ ਹੈਗੀ ਜ਼ਿੰਦਗੀ ਥੋੜ੍ਹੀ ਰਹਿੰਦੀ ਆ ਹੁਣ, ਵੀ ਉਹਨੂੰ ਥੋੜ੍ਹਾ ਆਰਾਮ ਵਿੱਚ ਬਿਤਾਈਏ ਹੈ ਨਾ, ਪਰ ਉਹਦੇ ਨਾਮ ਦੇ ਵਿੱਚ ਲੱਗੀਏ ਹੋਰ। ਅਤੇ ਉਹਦੇ ਬਾਰੇ ਦੱਸ ਰਹੇ ਨੇ, ਕਹਿੰਦੇ ਵੀ ਜਦੋਂ ਮੈਂ ਕਾਸ਼ੀ ਨੂੰ ਛੱਡ ਕੇ ਜਾਂ ਬਨਾਰਸ ਨੂੰ ਛੱਡ ਕੇ ਕਹਿੰਦੇ ਵੀ ਮੈਂ ਚਲੇ ਗਿਆ ਮਗਹਰ, ਉਦੋਂ ਮੈਨੂੰ ਕਹਿੰਦੇ ਵੀ ਲੋਕਾਂ ਨੇ ਇਹ ਕਹਿਣਾ ਸ਼ੁਰੂ ਕੀਤਾ ਵੀ ਜਿਵੇਂ ਜਲ ਨੂੰ ਛੱਡ ਕੇ ਮੱਛ ਬਾਹਰ ਆ ਜਾਏ ਤਾਂ ਵੀ ਉਹਦੀ ਮੌਤ ਹੋ ਜਾਂਦੀ ਆ। ਵੀ ਉਹਨਾਂ ਨੇ ਕਿਹਾ ਵੀ ਇਹਦੇ ਕੋਈ ਮਾੜੇ ਕਰਮ ਕੀਤੇ ਹੋਏ ਨੇ ਪਹਿਲੇ, ਵੀ ਜੋ ਇਹ ਕਾਸ਼ੀ ਨੂੰ ਬਨਾਰਸ ਨੂੰ ਛੱਡ ਕੇ ਮਗਹਰ ਜਾ ਰਿਹਾ। ਕਾਸ਼ੀ ਬਾਰੇ ਇਹ ਸੀ ਵੀ ਕਾਸ਼ੀ ਨੂੰ ਸ਼ਿਵ ਜੀ ਨੇ ਵਸਾਈ ਸੀ, ਅਤੇ ਇਹ ਸੀ ਵੀ ਸ਼ਿਵ ਜੀ ਨੇ ਇਹਨੂੰ ਵਰ ਦਿੱਤਾ ਹੋਇਆ ਸੀ ਵੀ ਜੋ ਕਾਸ਼ੀ ਵਿੱਚ ਪ੍ਰਾਣ ਛੱਡੂਗਾ ਤਾਂ ਉਹ ਜ਼ਰੂਰ ਸਵਰਗ ਨੂੰ ਜਾਊਗਾ। ਮਤਲਬ ਜਿਸ ਤਰ੍ਹਾਂ ਮਿਥਿਹਾਸ ਆ, ਮਤਲਬ ਮਿੱਥੀਆਂ ਹੋਈਆਂ ਚੀਜ਼ਾਂ ਨੇ, ਆਪਾਂ ਇਹ 'ਚ ਸੱਚਾਈ ਨਹੀਂ ਮੰਨ ਸਕਦੇ, ਪਰ ਉਹ ਸਮਝਾਉਣ ਦੇ ਲਈ ਕਬੀਰ ਜੀ ਇਹ ਵਰਤ ਰਹੇ ਨੇ, ਸਾਨੂੰ ਦੱਸਣ ਲਈ। ਤਾਂ ਫਿਰ ਕਬੀਰ ਜੀ ਕਹਿੰਦੇ ਨੇ ਕਿ ਵੀ ਉਸ ਟਾਈਮ ਇਹ ਜਦੋਂ ਇਹਨਾਂ ਨੇ ਬਨਾਰਸ ਛੱਡੀ, ਲੋਕਾਂ ਨੇ ਕਿਹਾ ਵੀ ਇਹਦੇ ਤਾਂ ਮਾੜੇ ਕਰਮ ਨੇ, ਸਾਰੀ ਉਮਰ ਤਾਂ ਇਹ ਕਾਸ਼ੀ ਰਿਹਾ ਜਿਹਨੂੰ ਵਰ ਮਿਲਿਆ ਹੋਇਆ ਸਵਰਗਾਂ ਦਾ ਆਉਣ ਦਾ, ਅਤੇ ਹੁਣ ਇਹ ਕਾਸ਼ੀ ਨੂੰ ਛੱਡ ਕੇ ਮਗਹਰ ਚੱਲਿਆ, ਵੀ ਮਾੜੇ ਕਰਮ ਨੇ ਤੇ ਕਬੀਰ ਦੇ। ਪਰ ਕਬੀਰ ਜੀ ਨੂੰ ਤਾਂ ਸਾਰੀ ਗੱਲ ਸਮਝ ਸੀ, ਪਰ ਲੋਕਾਂ ਨੂੰ ਸਮਝ ਨਹੀਂ ਸੀ ਇਸ ਗੱਲ ਦੀ। ਵਾਹਿਗੁਰੂ ਜੀ। ਫਿਰ ਕਹਿੰਦੇ ਵੀ ਉਹ ਲੋਕ ਕਹਿੰਦੇ ਨੇ ਵੀ ਹੁਣ ਵੀ ਕਬੀਰ ਦੀ ਪਤਾ ਨਹੀਂ ਕੀ ਹਾਲਤ ਹੋਣੀ ਆ, ਵੀ ਇਹ ਬਨਾਰਸ ਛੱਡ ਕੇ ਜਾ ਰਿਹਾ। ਸਗਲ ਜਨਮ ਸਿਵਪੁਰੀ ਗਵਾਇਆ, ਮਰਤੀ ਬਾਰ ਮਗਹਰ ਉੱਠ ਆਇਆ। ਵੀ ਸਾਰਾ ਜਨਮ ਤਾਂ ਇਹਨੇ ਸ਼ਿਵ ਦੀ ਪੂਰੀ ਕਾਸ਼ੀ ਵਿੱਚ ਬਿਤਾਇਆ, ਅਤੇ ਹੁਣ ਜਦੋਂ ਇਹਦੇ ਮਰਨ ਦਾ ਟਾਈਮ ਆ ਗਿਆ ਹੁਣ ਇਹ ਮਗਹਰ ਚਲੇ ਗਿਆ। ਮਗਹਰ ਨੂੰ ਸਮਝਿਆ ਜਾਂਦਾ ਕਿ ਵੀ ਇਹਨੂੰ ਸ਼ਰਾਪ ਮਿਲਿਆ ਹੋਇਆ ਵੀ ਜਿਹਦੇ ਪ੍ਰਾਣ ਮਗਹਰ ਵਿੱਚ ਨਿਕਲਣਗੇ ਵੀ ਉਹ ਖੋਤੇ ਦੀ ਜੂਨ ਪਊਗਾ। ਬਹੁਤ ਬਰਸ ਤਪ ਕੀਆ ਕਾਸੀ, ਮਰਨ ਪਿਆ ਮਗਹਰ ਕੀ ਬਾਸੀ। ਫਿਰ ਲੋਕ ਕਹਿੰਦੇ ਨੇ ਵੀ ਸਾਰੇ ਇੰਨੇ ਸਾਲ ਤਾਂ ਵੀ ਕਾਸ਼ੀ ਦੇ ਵਿੱਚ ਭਗਤੀ ਕਰਦਾ ਰਿਹਾ, ਹੁਣ ਜਦੋਂ ਇਹਦਾ ਮਰਨ ਦਾ ਵਕਤ ਆਉਣ ਵਾਲਿਆ, ਬੁਢਾਪਾ ਆਇਆ, ਵੀ ਹੁਣ ਇਹ ਮਗਹਰ ਜਾ ਵਸਿਆ ਹੈ ਨਾ। ਕਾਸੀ ਮਗਹਰ ਸੰਬਿਚਾਰੀ, ਓਛੀ ਭਗਤ ਕੈਸੇ ਉਤਰਸ ਪਾਰੀ। ਕਹਿੰਦੇ ਵੀ ਮੇਰੇ ਲਈ ਤਾਂ ਵੀ ਕੀ ਕਾਸ਼ੀ ਅਤੇ ਕੀ ਮਗਹਰ ਕਹਿੰਦੇ ਇੱਕੋ ਸਮਾਨ ਨੇ ਹੈ ਨਾ।
ਕਹਿੰਦੇ ਜੋ ਕਿਸੇ ਨੇ ਪਾਰ ਉਤਰਨਾ, ਜਿਹਦਾ ਇਸ ਭਵਜਲ ਤੋਂ ਪਾਰ ਉਤਾਰਾ ਹੋਣਾ, ਇਹ ਤਾਂ ਉਸ ਪਰਮਾਤਮਾ ਦੀ ਭਗਤੀ ਦੇ ਨਾਲ ਹੋਣਾ ਹੈ ਨਾ। ਹੋਰ ਕਿਸੇ ਚੀਜ਼ ਨੇ ਵੀ ਕਿਸੇ ਸ਼ਹਿਰ 'ਚ ਕਿੱਥੇ ਕਿਸ ਦੇ ਪ੍ਰਾਣ ਖਤਮ ਹੋਏ ਨੇ, ਪ੍ਰਾਣ ਕਿਸੇ ਨੇ ਛੱਡੇ ਨੇ, ਉਹਦਾ ਕੋਈ ਫਰਕ ਨਹੀਂ ਗਾ। ਇਹ ਹੈ ਕਿ ਵੀ ਕਿਹਨੇ ਉਹਦੀ ਭਗਤੀ ਕੀਤੀ ਆ, ਉਹਦੇ ਹਿਸਾਬ ਨਾਲ ਕਿਸੇ ਦਾ ਪਾਰ ਉਤਾਰਾ ਹੋਣਾ। ਕਹੋ ਗੁਰ ਗਜ ਸਿਵ ਸਭ ਕੋ ਜਾਣੈ, ਮੋਆ ਕਬੀਰ ਰਮਤ ਸ਼੍ਰੀ ਰਾਮੈ। ਜਿਹੜੇ ਇਹ ਕਾਸ਼ੀ ਤੇ ਮਗਹਰ ਨੇ, ਇਹ ਤਿੰਨਾਂ ਜਿਹੜਾ ਇਹ ਨਾਂ ਆਏ ਨੇ ਨਾ, ਗਜ, ਗਣੇਸ਼, ਸ਼ਿਵ ਜੀ ਤੇ ਗੁਰ ਵਿਆਸ ਰਿਸ਼ੀ ਨੂੰ ਕਿਹਾ ਗਿਆ ਹੈ ਨਾ, ਵੀ ਇਹ ਜਿਨ੍ਹਾਂ ਨੇ ਵੇਦ ਲਿਖੇ ਨੇ, ਵੀ ਇਹਨਾਂ ਤਿੰਨਾਂ ਦੇ ਹਿਸਾਬ ਨਾਲ ਇਹ ਸੀ ਕਿ ਸ਼ਾਇਦ ਸ਼ਿਵ ਜੀ ਦੇ ਪੁੱਤਰ ਸੀ ਗਣੇਸ਼, ਤੇ ਸ਼ਿਵ ਜੀ ਨੇ ਕਾਸ਼ੀ ਵਸਾਈ ਸੀ, ਤੇ ਜਿਹੜੇ ਵਿਆਸ ਰਿਸ਼ੀ ਸੀ ਉਹ ਤਪ ਕਰ ਰਹੇ ਸੀ ਮਗਹਰ। ਤਾਂ ਸ਼ਿਵ ਜੀ ਨੇ ਕਹਿੰਦੇ ਆਪਣੇ ਪੁੱਤਰ ਗਣੇਸ਼ ਨੂੰ ਭੇਜਿਆ ਕਿ ਵੀ ਉਹਨਾਂ ਤਪ ਭੰਗ ਕੀਤਾ ਜਾਏ। ਤਾਂ ਫਿਰ ਉਹਨਾਂ ਨੇ ਕ੍ਰੋਧ ਵਿੱਚ ਆ ਕੇ, ਪਹਿਲਾਂ ਤਾਂ ਕਾਫੀ ਦੇਰ ਉਹਨਾਂ ਨੂੰ ਕੁਛ ਨਹੀਂ ਕਿਹਾ, ਜਦੋਂ ਨਹੀਂ ਹਟਦਾ ਸੀ ਤੰਗ ਕਰਨ ਤੋਂ, ਫਿਰ ਉਹਨਾਂ ਨੇ ਕ੍ਰੋਧ ਵਿੱਚ ਆ ਕੇ ਕਿਹਾ ਕਿ ਵੀ ਜਿਹੜਾ ਇੱਥੇ ਮਰੂਗਾ ਮਗਹਰ 'ਚ ਤਾਂ ਉਹ ਖੋਤੇ ਦੀ ਜੂਨ ਪਊਗਾ। ਮਤਲਬ ਇਸ ਤਰ੍ਹਾਂ ਦੀ ਕੋਈ ਮਿਥਿਹਾਸਕ ਕਥਾ ਨੇ। ਫਿਰ ਪਰ ਕਬੀਰ ਜੀ ਕਹਿੰਦੇ ਨੇ ਵੀ ਕਹੋ ਗੁਰ ਗਜ ਸਿਵ ਸਭ ਕੋ ਜਾਣੈ, ਮੋਆ ਕਬੀਰ ਰਮਤ ਸ਼੍ਰੀ ਰਾਮੈ। ਕਹਿੰਦੇ ਵੀ ਇਹ ਤਿੰਨਾਂ ਦੇ ਵੀ ਜਿਹੜੀ ਇਹ ਗੱਲ ਬਣੀ ਹੋਈਆਂ ਕਥਾ ਵੀ ਕਾਸ਼ੀ 'ਚ ਮੌਤ ਹੋਊ ਜਾਂ ਮਗਹਰ 'ਚ ਮੌਤ ਹੋਊ, ਤਾਂ ਐਸ ਜੂਨ 'ਚ ਕੋਈ ਜਾਊ ਤਾਂ ਮੁਕਤੀ ਹੋਊ। ਕਹਿੰਦੇ ਇਹ ਤਿੰਨਾਂ ਨੂੰ ਵੀ ਕਹਿੰਦੇ ਸਮਝ ਲੱਗ ਜਾਣੀ ਆ ਕਿ ਮੋਆ ਕਬੀਰ ਰਮਤ ਸ਼੍ਰੀ ਰਾਮੈ, ਵੀ ਕਬੀਰ ਜੀ ਪਰਮਾਤਮਾ ਦਾ ਨਾਂ ਲੈਂਦਿਆਂ ਲੈਂਦਿਆਂ ਇਸ ਸੰਸਾਰ ਤੋਂ ਗਏ ਨੇ, ਤੇ ਉਹਨਾਂ ਨੇ ਤਾਂ ਨਾਮ ਲੈ ਕੇ ਮੁਕਤੀ ਪਾ ਲਈ ਆ। ਇਹਦੇ ਨਾਲ ਕੋਈ ਫਰਕ ਨਹੀਂ ਕਿ ਵੀ ਉਹ ਮਗਹਰ ਵਿੱਚ ਗਏ ਨੇ ਬਾਅਦ ਦੇ ਵਿੱਚ। ਵਾਹਿਗੁਰੂ ਜੀ ਵਾਹਿਗੁਰੂ। ਗੌੜੀ ਕਬੀਰ ਜੀ ਚੋਆ ਚੰਦਨ ਮਰਦਨ ਅੰਗਾ, ਸੋ ਤਨ ਜਲੈ ਕਾਠ ਕੈ ਸੰਗਾ। ਕਹਿੰਦੇ ਉਹੀ ਸਰੀਰ ਜਿਹਨੂੰ ਜੀਵ ਸੰਭਾਲ ਕੇ ਰੱਖਦਾ, ਅਤਰ ਫਲੇਲ ਲਾਉਂਦਾ, ਮਾਲਸ਼ਾਂ ਕਰਦਾ, ਕਹਿੰਦੇ ਉਹ ਫਿਰ ਲੱਕੜ ਦੇ ਨਾਲ ਸਾੜਿਆ ਜਾਂਦਾ। ਇਸ ਤਨ ਧਨ ਕੀ ਕਵਨ ਬੜਾਈ, ਧਰਨ ਪਰੈ ਉਰਵਾਰ ਨ ਜਾਈ ਰਹਾਓ। ਕਹਿੰਦੇ ਇਸ ਸਰੀਰ ਦੀ ਤੇ ਧਨ ਦੀ ਦੇਖ ਲਓ ਵੀ ਕਿੰਨੀ ਕੁ ਮਤਲਬ ਇਹਦੀ ਕੀਮਤ ਹੈਗੀ ਆ। ਜੇ ਸਾਡਾ ਜਿਹੜਾ ਧਨ ਆ, ਇਹ ਵੀ ਧਨ ਵੀ ਸਭ ਕੁਝ ਧਰਤੀ 'ਤੇ ਇੱਥੇ ਹੀ ਰਹਿ ਜਾਂਦਾ, ਨਾਲ ਕੁਛ ਨਹੀਂ ਜਾਂਦਾ ਹੈਗਾ। ਰਾਤ ਜ ਸੋਵੈ ਦਿਨ ਕਰੈ ਕਾਮ, ਇੱਕ ਖਿਨ ਲੇਹ ਨ ਹਰਿ ਕੋ ਨਾਮ। ਕਹਿੰਦੇ ਉਹ ਜੀਵ ਜਿਹੜੇ ਰਾਤ ਸੌਂ ਕੇ ਗੁਜ਼ਾਰਦੇ ਨੇ ਤੇ ਦਿਨ ਹੋਰ ਕੰਮ ਧੰਦਿਆਂ 'ਚ ਗੁਜ਼ਾਰਦੇ ਨੇ, ਤੇ ਇੱਕ ਪਲ ਲਈ ਵੀ ਕਹਿੰਦੇ ਪਰਮਾਤਮਾ ਦਾ ਨਾਂ ਨਹੀਂ ਲੈਂਦੇ ਹੈਗੇ। ਹਾਥ ਤਡੋਰ ਮੁਖ ਖਾਇਓ ਤੰਬੋਰ, ਮਰਤੀ ਬਾਰ ਕਸ ਬਾਧਿਓ ਚੋਰ। ਕਹਿੰਦੇ ਜਿਹੜੇ ਲੋਕ ਪਦਾਰਥਕ ਭੋਗਾਂ ਦੇ ਵਿੱਚ ਨੇ, ਕਹਿੰਦੇ ਜਿਸ ਤਰ੍ਹਾਂ ਹੱਥ ਦੇ ਵਿੱਚ ਉਹਨਾਂ ਦੇ ਪਾਨ ਹੁੰਦਾ, ਤੇ ਉਹ ਕਹਿੰਦੇ ਸ਼ਿਕਾਰ ਵਗੈਰਾ ਕਰਦੇ ਨੇ, ਬਾਜਿਆਂ ਦੀਆਂ ਡੋਰਾਂ ਉਹਨਾਂ ਦੇ ਹੱਥ 'ਚ ਹੁੰਦੀਆਂ ਨੇ। ਕਹਿੰਦੇ ਫਿਰ ਉਹ ਇਸ ਤਰ੍ਹਾਂ ਬੰਨ੍ਹੇ ਜਾਂਦੇ ਨੇ ਜਿਵੇਂ ਚੋਰ ਬੰਨ੍ਹ ਲਏ ਜਾਂਦੇ ਨੇ, ਮਤਲਬ ਜਮਾਂ ਦੇ ਵਸ ਪੈਂਦੇ ਨੇ। ਗੁਰਮਤਿ ਰਸ ਰਸ ਹਰ ਗੁਣ ਗਾਵੈ, ਰਾਮੈ ਰਾਮ ਰਮਤ ਸੁਖ ਪਾਵੈ। ਕਹਿੰਦੇ ਜੋ ਆਪਣੀ ਗੁਰੂ ਦੇ ਮੱਤ 'ਤੇ ਚੱਲ ਕੇ ਪਰਮਾਤਮਾ ਦੇ ਗੁਣ ਪ੍ਰੇਮ ਰੰਗ ਵਿੱਚ ਭਿੱਜ ਕੇ ਗਾਉਂਦੇ ਨੇ, ਕਹਿੰਦੇ ਉਹ ਪਰਮਾਤਮਾ ਦਾ ਨਾਮ ਜਪ ਕੇ ਸੁੱਖ ਪਾਉਂਦੇ ਨੇ। ਕਿਰਪਾ ਕਰਕੇ ਨਾਮ ਦਿਰੜਾਈ, ਹਰ ਹਰ ਬਾਸ ਸੁਗੰਧ ਬਸਾਈ। ਕਹਿੰਦੇ ਜਿਸ ਜੀਵ 'ਤੇ ਪਰਮਾਤਮਾ ਕਿਰਪਾ ਕਰਦੇ ਨੇ, ਉਹ ਜੀਵ ਪਰਮਾਤਮਾ ਦਾ ਨਾਮ ਜਪਦੇ ਨੇ, ਕਹਿੰਦੇ ਉਹਨਾਂ ਦੇ ਅੰਦਰ ਨਾਮ ਦੀ ਵਾਸ਼ਨਾ ਹੋ ਜਾਂਦੀ ਹੈ। ਕਹਿਤ ਕਬੀਰ ਚੇਤਰੇ ਅੰਧਾ, ਸਤ ਰਾਮ ਝੂਠਾ ਸਭ ਤੰਦਾ। ਫਿਰ ਕਬੀਰ ਜੀ ਕਹਿੰਦੇ ਨੇ, ਹੇ ਜੀਵ ਉਸ ਪਰਮਾਤਮਾ ਦਾ ਨਾਮ ਜਪ, ਉਹਦਾ ਨਾਮ ਹੀ ਸੱਚਾ ਹੈ, ਬਾਕੀ ਸਾਰੇ ਜਗ ਦੇ ਧੰਦੇ ਝੂਠੇ ਹਨ। ਗੌੜੀ ਕਬੀਰ ਜੀ ਤਿਪਦੇ ਚਾਰ ਤੁਕੇ, ਜਮ ਤੇ ਉਲਟ ਪਏ ਹੈ ਰਾਮ, ਦੁਖ ਬਿਨ ਸੇ ਸੁਖ ਕੀਓ ਬਿਸਰਾਮ।
ਕਹਿੰਦੇ ਜਿਸ ਵੀ ਜੀਵ ਨੇ ਪਰਮਾਤਮਾ ਦਾ ਨਾਮ ਜਪਿਆ, ਫਿਰ ਕਹਿੰਦੇ ਉਹਨਾਂ ਦਾ ਵਾਸਤਾ ਜਮ ਦੇ ਨਾਲ ਨਹੀਂ ਪੈਂਦਾ। ਉਹਨਾਂ ਦੇ ਕਹਿੰਦੇ ਦੁੱਖ ਖਤਮ ਹੋ ਜਾਂਦੇ ਨੇ, ਉਹ ਸੁੱਖ ਮਾਣਦੇ ਨੇ। ਬੈਰੀ ਉਲਟ ਭਏ ਹੈ ਮੀਤਾ, ਸਾਕਤ ਉਲਟ ਸੁਜਨ ਪੈ ਚੀਤਾ। ਫਿਰ ਕਹਿੰਦੇ ਕੀ ਹੁੰਦਾ, ਉਹਨਾਂ ਦੀ ਚੰਗੀ ਮੱਤ ਕਹਿੰਦੇ ਸ਼ੁਰੂ ਹੋ ਜਾਂਦੀ ਹੈ, ਮਾੜੀ ਮੱਤ ਖਤਮ ਹੋ ਜਾਂਦੀ ਆ। ਉਹਨਾਂ ਦੇ ਜਿਹੜੇ ਗਿਆਨ ਇੰਦਰੇ ਹੁੰਦੇ ਨੇ ਉਹ ਵੀ ਵਿਕਾਰਾਂ ਵੱਲੋਂ ਪਲਟ ਕੇ ਪਰਮਾਤਮਾ ਦੇ ਨਾਮ ਵੱਲ ਲੱਗ ਜਾਂਦੇ ਨੇ। ਫਿਰ ਕਹਿੰਦੇ ਜਿਹੜੇ ਉਹੀ ਮਤਲਬ ਵੈਰੀ ਬਣੇ ਹੋਏ ਸੀ, ਵਿਕਾਰਾਂ ਵੱਲ ਜਾਂਦੇ ਸੀ, ਉਹੀ ਮਿੱਤਰ ਬਣ ਜਾਂਦੇ ਨੇ ਗਿਆਨ ਇੰਦਰੇ। ਅਬ ਮੋਹ ਸਰਬ ਕੁਸਲ ਕਰ ਮਾਨਿਆ, ਸਾਤ ਪਈ ਜਬ ਗੋਬਿੰਦ ਜਾਣਿਆ। ਹੁਣ ਕਹਿੰਦੇ ਮੇਰੇ ਅੰਦਰ ਬੜੀ ਸ਼ਾਂਤੀ ਹੋ ਗਈ ਆ। ਕਿ ਅੰਦਰ ਸ਼ਾਂਤੀ ਕਿਸ ਤਰ੍ਹਾਂ ਹੋ ਗਈ ਆ, ਜਿਹੜੇ ਗਿਆਨ ਇੰਦਰੇ ਨੇ ਮੇਰੇ ਵੱਸ ਵਿੱਚ ਆ ਗਏ ਨੇ, ਹੁਣ ਉਹ ਵੀ ਪਰਮਾਤਮਾ ਵੱਲ ਲੱਗ ਗਏ ਨੇ। ਕਹਿੰਦੇ ਉਦੋਂ ਦੀ ਸ਼ਾਂਤੀ ਆ ਜਦੋਂ ਕਹਿੰਦੇ ਪਰਮਾਤਮਾ ਦੇ ਨਾਲ ਮੇਰੀ ਸਾਂਝ ਪਈ ਆ, ਉਹਦਾ ਨਾਮ ਜਪ ਕੇ। ਰਹਾਓ ਤਨ ਮਹਿ ਹੋਤੀ ਕੋਟ ਉਪਾਦ, ਉਲਟ ਪਈ ਸੁਖ ਸਹਿਜ ਸਮਾਦ। ਕਹਿੰਦੇ ਜਿਹੜੇ ਮੇਰੇ ਤਨ ਨੂੰ ਕੋਈ ਰੋਗ ਲੱਗੇ ਸੀ, ਮੇਰੇ ਜਿਹੜੇ ਗਿਆਨ ਇੰਦਰੇ ਕਹਿੰਦੇ ਸੀ ਇਹ ਵੀ ਵਿਕਾਰਾਂ ਵੱਲ ਲੱਗੇ ਸੀ, ਹੁਣ ਕਹਿੰਦੇ ਇਹ ਸਾਰੇ ਉਲਟ ਹੋ ਗਏ ਨੇ। ਕਹਿੰਦੇ ਹੁਣ ਕਹਿੰਦੇ ਮੈਂ ਨਾਮ ਜਪ ਕੇ ਸੁੱਖ ਵਿੱਚ ਹੋ ਗਿਆ ਹਾਂ, ਸਹਿਜਤਾ ਵਿੱਚ ਹੋ ਗਿਆ, ਅਡੋਲਤਾ ਵਿੱਚ ਹੋ ਗਿਆ। ਆਪ ਪਛਾਨੈ ਆਪੈ ਆਪ, ਰੋਗ ਨ ਵਿਆਪੈ ਤੀਨੋਂ ਤਾਪ। ਕਹਿੰਦੇ ਹੁਣ ਮੈਨੂੰ ਆਪੇ ਦੀ ਪਹਿਚਾਣ ਹੋ ਗਈ ਆ। ਹੁਣ ਮੈਨੂੰ ਕਹਿੰਦੇ ਜਿਹੜੇ ਸੰਸਾਰ ਦੇ ਤਿੰਨੇ ਰੋਗ ਨੇ ਉਹ ਮੈਨੂੰ ਹੁਣ ਤੰਗ ਨਹੀਂ ਕਰਦੇ ਹੈਗੇ। ਅਬ ਮਨ ਉਲਟ ਸਨਾਤਨ ਹੁਆ, ਤਬ ਜਾਣਿਆ ਜਬ ਜੀਵਤ ਮੂਆ। ਕਹਿੰਦੇ ਹੁਣ ਮੇਰਾ ਮਨ ਜਿਹੜੇ ਵਿਕਾਰਾਂ ਵਿੱਚ ਲੱਗਿਆ ਸੀ ਉਹ ਸਨਾਤਨ ਹੋ ਗਿਆ। ਸਨਾਤਨ ਕਹਿੰਦੇ ਨੇ ਮੁੱਢਲਾ ਉਹ ਮਨ ਜੋ ਸਾਡਾ ਅੰਦਰ ਹੁੰਦਾ, ਜਦੋਂ ਮਾਤਾ ਦੇ ਗਰਭ ਵਿੱਚ ਹੁੰਦੇ ਆ ਨਾ, ਉਹ ਜਿਹੜਾ ਮਨ ਹੁੰਦਾ ਪਿਓਰ ਸ਼ੁੱਧ ਪਰਮਾਤਮਾ ਵਾਲਾ, ਉਹ ਕਹਿੰਦੇ ਮੇਰਾ ਹੁਣ ਮਨ ਹੋ ਗਿਆ। ਕਹਿੰਦੇ ਤਬ ਜਾਣਿਆ ਜਬ ਜੀਵਤ ਮੂਆ। ਕਹਿੰਦੇ ਹੁਣ ਜਦੋਂ ਮਾਇਆ ਦੇ ਵਿੱਚ ਰਹਿੰਦਿਆਂ ਹੀ ਮੈਂ ਮਾਇਆ ਦੇ ਮੋਹ ਤੋਂ ਉੱਪਰ ਉੱਠ ਗਿਆ, ਤਾਂ ਮੈਨੂੰ ਕਹਿੰਦੇ ਇਸ ਅਸਲੀਅਤ ਦਾ ਪਤਾ ਲੱਗਿਆ, ਜਿਹੜਾ ਮੇਰਾ ਮਨ ਆ ਇਹ ਹੁਣ ਸ਼ੁੱਧ ਹੋ ਗਿਆ, ਪੁਰਾਣਾ ਪਹਿਲੇ ਵਾਲਾ ਹੋ ਗਿਆ। ਕਹੋ ਕਬੀਰ ਸੁਖ ਸਹਿਜ ਸਮਾਵੋ, ਆਪ ਨ ਡਰੋ ਨ ਅਵਰ ਡਰਾਵੋ। ਕਹਿੰਦੇ ਜਦੋਂ ਜੀਵ ਉਸ ਪਰਮਾਤਮਾ ਦਾ ਨਾਮ ਸਿਮਰਦਾ, ਫਿਰ ਉਹ ਆਤਮਿਕ ਅਡੋਲਤਾ ਵਿੱਚ ਆ ਜਾਂਦਾ। ਫਿਰ ਕਹਿੰਦੇ ਉਹਨੂੰ ਇਹ ਵੀ ਸਮਝ ਲੱਗ ਜਾਂਦੀ ਆ, ਨਾ ਤਾਂ ਉਹਨੂੰ ਆਪ ਕਿਸੇ ਦਾ ਡਰ ਰਹਿੰਦਾ, ਕਿਉਂਕਿ ਉਹਨੂੰ ਪਰਮਾਤਮਾ ਦਾ ਡਰ ਹੋ ਜਾਂਦਾ, ਸੰਸਾਰ ਦਾ ਡਰ ਚੁੱਕ ਹੋ ਜਾਂਦਾ, ਨਾ ਉਹ ਕਿਸੇ ਨੂੰ ਡਰਾਉਂਦਾ ਹੈ। ਇਸ ਤਰ੍ਹਾਂ ਹੀ ਗੁਰਬਾਣੀ ਵਿੱਚ ਵੀ ਆਉਂਦਾ ਨਾ, ਸ਼ਾਇਦ ਗੁਰੂ ਤੇਗ ਬਹਾਦਰ ਜੀ ਦੀ ਤੁਕ ਹੈਗੀ ਆ ਨਾ, ਵੀ ਕਿਸੇ ਨੂੰ ਨਾ ਡਰ ਦੇਣਾ ਅਤੇ ਨਾ ਕਿਸੇ ਦਾ ਡਰ ਸਹਿਣਾ। ਅਤੇ ਉਹੀ ਕਬੀਰ ਜੀ ਕਹਿ ਰਹੇ ਨੇ ਵੀ ਜਦੋਂ ਪਰਮਾਤਮਾ ਦਾ ਨਾਮ ਜਪ ਕੇ ਜੀਵ ਨੂੰ ਸੋਝੀ ਹੋ ਜਾਂਦੀ ਆ, ਉਹ ਸਿਰਫ ਪਰਮਾਤਮਾ ਦੇ ਡਰ 'ਚ ਰਹਿੰਦਾ, ਉਹ ਨਾ ਹੋਰ ਕਿਸੇ ਤੋਂ ਡਰਦਾ ਅਤੇ ਨਾ ਕਿਸੇ ਨੂੰ ਡਰਾਉਂਦਾ। ਉਹਨੂੰ ਜੀਵਨ ਦੀ ਸਮਝ ਪੈ ਜਾਂਦੀ ਆ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ, ਨਾਮ ਜਪ ਕੇ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਅਨੇਕਾਂ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ। ਅੱਗੇ ਤੋਂ ਸੁਮੱਤ ਦੇਣੀ ਪਰਮੇਸ਼ਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਵਾਹਿਗੁਰੂ।